ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਓਨਟਾਰੀਓ ਸੂਬੇ ਨੇ ਵਪਾਰਾਂ ਲਈ ਨਵੀਂ ਐਪਲੀਕੇਸ਼ਨ ਲਾਂਚ ਕਰ ਦਿੱਤੀ ਹੈ ਟੀਕੇ ਲੱਗੇ ਹੋਣ ਦਾ ਸਬੂਤ ਦੇਖਣ ਦੇ ਲਈ। ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਦੇ ਵੱਲੋਂ ਐਲਾਨ ਕਿ ਟੀਕੇ ਨਾ ਲਗਵਾਉਣ ਵਾਲੇ ਕਾਮਿਆਂ ਨੂੰ ਮੁਅੱਤਲ ਕੀਤਾ ਜਾਵੇਗਾ ਤਾਂ ਇਸ ਮੌਕੇ ਰਿਟਾਇਰ ਹੋਏ ਕਾਮਿਆਂ ਨੂੰ ਮੁੜ ਤੋਂ ਕੰਮ ਦੇ ਉੱਤੇ ਬੁਲਾਉਣ ਦੇ ਲਈ ਕੀਤਾ ਜਾ ਰਿਹਾ ਹੈ ਵਿਚਾਰ। ਕੈਨੇਡਾ ਦੇ 에ਅਰਪੋਰਟਸ ਨੇ ਯਾਤਰੀਆਂ ਦੇ ਲਈ ਹਦਾਇਤਾਂ ਹਟਾਉਣ ਦੀ ਕੀਤੀ ਮੰਗ ਤਾਂ ਕਿ ਯਾਤਰੀਆਂ ਦੇ ਲਈ ਸਫ਼ਰ ਸੁਖਾਲਾ ਹੋ ਸਕੇ ਤੇ ਜ਼ਿਆਦਾ ਕੈਨੇਡਾ ਵਾਸੀ ਘੁੰਮਣ ਦੇ ਬਾਰੇ ਵਿਚਾਰ ਕਰ ਸਕਣ। ਬ੍ਰਿਟਿਸ਼ ਕੋਲੰਬੀਆ ਵਿੱਚ ਫੋਨਸ ਫॉर ਯੂਥ ਪ੍ਰੋਗਰਾਮ ਕਰੀਬ 4000 ਨੌਜਵਾਨਾਂ ਨੂੰ ਦਿੱਤੇ ਜਾਣਗੇ ਆਈਫੋਨ। ਕੰਮ ਕਰਨ ਸੰਬੰਧੀ ਅਕਤੂਬਰ 15 ਤੋਂ ਬ੍ਰਿਟਿਸ਼ ਕੋਲੰਬੀਆ ਅੰਦਰ ਵੱਡੀ ਤਬਦੀਲੀ ਲਾਗੂ ਹੋ ਰਹੀ ਹੈ, ਉਸ ਦੇ ਬਾਰੇ ਖਬਰਾਂ ਵਿੱਚ ਜਾਣਕਾਰੀ ਦੇਵਾਂਗੇ। ਕੈਲਗਰੀ ਵਿੱਚ ਇੱਕ ਬੱਚੇ ਦੀ ਸਕੂਲ ਬੱਸ ਦੇ ਨਾਲ ਟੱਕਰ ਹੋਈ। ਮੈਨੀਟੋਬਾ ਵਿੱਚ ਹਦਾਇਤਾਂ ਨਾ ਮੰਨਣ ਦੇ ਉੱਤੇ ਵਪਾਰਾਂ ਨੂੰ ਕਈ ਹਜ਼ਾਰ ਡਾਲਰ ਦਾ ਫਾਈਨ। ਇਸ ਦੇ ਵਿੱਚ ਵਿਨੀਪੈਗ ਦੇ ਵੀ ਕਈ ਵਪਾਰ ਸ਼ਾਮਲ, ਦੇਵਾਂਗੇ ਜਾਣਕਾਰੀ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਾਣਕਾਰੀ ਓਨਟਾਰੀਓ ਤੋਂ, ਜਿੱਥੇ ਕਿ ਇੱਕ ਐਪ ਅੱਜ ਲਾਂਚ ਹੋ ਗਈ ਹੈ ਜਿਸ ਦੇ ਬਾਰੇ ਐਲਾਨ ਸਰਕਾਰ ਦੇ ਵੱਲੋਂ ਕੱਲ ਨੂੰ ਕੀਤਾ ਜਾਣਾ, ਯਾਨੀ ਕਿ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਵੈਰੀਫਾਈ ਓਨਟਾਰੀਓ ਐਪਲੀਕੇਸ਼ਨ ਹੈ ਜੋ ਕਿ ਹਰ ਇੱਕ ਓਨਟਾਰੀਓ ਵਾਸੀ ਦੇ ਵਾਸਤੇ ਤਾਂ ਕੋਈ ਲਾਜ਼ਮੀ ਨਹੀਂ ਹੈ ਕਿ ਉਹਨਾਂ ਨੇ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਨੀ ਹੈ, ਸਗੋਂ ਜਿੰਨੇ ਵੀ ਵਪਾਰ ਨੇ ਜਿਨ੍ਹਾਂ ਨੇ ਇਹ ਦੇਖਣਾ ਹੋਵੇ ਕਿ ਕੋਵਿਡ-19 ਦੇ ਟੀਕੇ ਉੱਥੇ ਆਉਣ ਵਾਲੇ ਗ੍ਰਾਹਕਾਂ ਦੇ ਲੱਗੇ ਹੋਏ ਨੇ ਜਾਂ ਨਹੀਂ, ਉਹਨਾਂ ਦੇ ਵੱਲੋਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕੀਤਾ ਜਾ ਸਕੇਗਾ। ਉਹ ਡਾਊਨਲੋਡ ਕਰ ਸਕਦੇ ਨੇ ਤੇ ਇਸ ਦੇ ਨਾਲ ਜਿਹੜਾ QR ਕੋਡ ਹੈ ਜੋ ਗ੍ਰਾਹਕਾਂ ਦੇ ਕੋਲ ਮੌਜੂਦ ਹੋਵੇਗਾ, ਇਸ ਐਪਲੀਕੇਸ਼ਨ ਦੇ ਵਿੱਚ ਸਕੈਨ ਕਰਕੇ ਉਹ ਪਤਾ ਕਰ ਸਕਣਗੇ ਕਿ ਉਹ ਗ੍ਰਾਹਕ ਫੁੱਲੀ ਵੈਕਸੀਨੇਟਡ ਹੈ ਜਾਂ ਨਹੀਂ। ਇਸ ਦੇ ਵਿੱਚ 3 ਵੱਖੋ ਵੱਖਰੇ ਰੰਗ ਦਿਖਾਈ ਦੇ ਸਕਦੇ ਨੇ। ਜੇਕਰ ਤਾਂ ਜਦੋਂ ਸਕੈਨ ਕੀਤਾ ਜਾਂਦਾ ਹੈ ਤਾਂ ਹਰਾ ਰੰਗ ਦਿਖਾਈ ਦਿੰਦਾ ਹੈ, ਉਸ ਦਾ ਮਤਲਬ ਹੈ ਕਿ ਉਹ ਵਿਅਕਤੀ ਫੁੱਲੀ ਵੈਕਸੀਨੇਟਡ ਹੈ। ਜੇਕਰ ਲਾਲ ਰੰਗ ਦਿਖਾਈ ਦਿੰਦਾ ਹੈ ਤਾਂ ਉਸ ਦਾ ਮਤਲਬ ਹੈ ਕਿ ਉਹ ਫੁੱਲੀ ਵੈਕਸੀਨੇਟਡ ਨਹੀਂ ਹੈ, ਯਾਨੀ ਕਿ ਜਿਹੜਾ ਉਹ QR ਕੋਡ ਦਿਖਾ ਰਿਹਾ ਹੈ ਉਸ ਦੇ ਵਿੱਚ ਕੋਈ ਗਲਤੀ ਹੋ ਸਕਦੀ ਹੈ। ਤਾਂ ਫਿਰ ਉਸ ਤੋਂ ਬਾਅਦ ਪੀਲਾ ਰੰਗ ਇਸ ਵਾਸਤੇ ਹੋਵੇਗਾ ਕਿ ਜੇਕਰ ਜੋ ਵੈਕਸੀਨ ਸਰਟੀਫਿਕੇਟ ਹੈ ਉਹ ਕਿਸੇ ਹੋਰ ਖੇਤਰ ਦਾ ਹੈ, ਯਾਨੀ ਕਿ ਉਹ ਕੈਨੇਡਾ ਦਾ ਨਹੀਂ ਹੈ, ਸਗੋਂ ਕਿਤੇ ਹੋਰ ਵੈਕਸੀਨੇਟਡ ਹੈ ਉਹ ਵਿਅਕਤੀ, ਪਰ ਉਸਨੇ ਟੀਕੇ ਲਗਵਾਏ ਹੋਏ ਨੇ। ਉਸ ਤੋਂ ਬਾਅਦ ਪੀਲਾ ਰੰਗ ਉਸ ਐਪਲੀਕੇਸ਼ਨ ਦੇ ਵਿੱਚ ਦਿਖਾਈ ਦੇਵੇਗਾ, ਜਿਸ ਦੇ ਬਾਰੇ ਪੂਰੀ ਤਰ੍ਹਾਂ ਐਲਾਨ ਕਰਨਾ ਹਜੇ ਬਾਕੀ ਹੈ, ਜੋ ਕਿ ਓਨਟਾਰੀਓ ਸਰਕਾਰ ਦੇ ਵੱਲੋਂ ਸ਼ੁੱਕਰਵਾਰ ਨੂੰ ਕੀਤਾ ਜਾਣਾ ਹੈ। ਤਾਂ ਦੂਜੇ ਪਾਸੇ ਕੋਵਿਡ-19 ਦੇ ਟੀਕਿਆਂ ਨੂੰ ਲੈ ਕੇ ਜਿਵੇਂ ਇਸ ਸਮੇਂ ਹਦਾਇਤਾਂ ਲਾਗੂ ਹੋ ਰਹੀਆਂ ਨੇ ਤੇ ਨਾਲ ਹੀ ਵੱਖੋ ਵੱਖਰੀਆਂ ਕੰਪਨੀਆਂ, ਖਾਸ ਤੌਰ ਦੇ ਉੱਤੇ ਸਰਕਾਰੀ ਅਦਾਰੇ ਐਲਾਨ ਕਰ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਆਪਣੇ ਕਾਮਿਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਜੇਕਰ ਉਹਨਾਂ ਦੇ ਵੱਲੋਂ ਫੁੱਲੀ ਵੈਕਸੀਨੇਟਡ ਹੋਣ ਦਾ ਸਬੂਤ ਨਹੀਂ ਦਿਖਾਇਆ ਜਾਂਦਾ ਸੀਮਤ ਸਮੇਂ ਦੇ ਅੰਦਰ। ਤਾਂ ਇਸੇ ਨੂੰ ਲੈ ਕੇ ਟੋਰਾਂਟੋ ਦੇ ਵਿੱਚ ਹੁਣ TTC ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੇ ਨੇ ਕਿ ਜਦੋਂ ਕੋਵਿਡ-19 ਦੇ ਟੀਕੇ ਜਿਹੜੇ ਕਾਮਿਆਂ ਦੇ ਵੱਲੋਂ ਨਹੀਂ ਲਗਵਾਏ ਜਾ ਰਹੇ ਉਹਨਾਂ ਨੂੰ ਮੁਅੱਤਲ ਕੀਤਾ ਜਾਵੇਗਾ ਤਾਂ ਇੱਕਦਮ ਕਾਮਿਆਂ ਦੀ ਕਮੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਸਕਦਾ ਹੈ, ਜਿਸ ਤੋਂ ਬਾਅਦ ਸੇਵਾ ਮੁਕਤ ਕਾਮੇ ਨੇ ਜੋ ਪਹਿਲਾਂ ਤੋਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਕੰਮ ਦੇ ਉੱਤੇ ਬੁਲਾਇਆ ਜਾ ਸਕਦਾ ਹੈ। ਇਸ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। TTC ਕਾਮਿਆਂ ਦੇ ਵਾਸਤੇ ਲਾਜ਼ਮੀ ਹੈ ਕਿ ਉਹਨਾਂ ਦੇ ਲਈ ਆਖਰੀ ਤਰੀਕ ਅਕਤੂਬਰ 30 ਦੱਸੀ ਗਈ ਹੈ ਜਦੋਂ ਤੱਕ ਉਹ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਜਮ੍ਹਾਂ ਕਰਵਾਉਣਗੇ। ਇਸ ਤੋਂ ਪਹਿਲਾਂ ਜਿਨ੍ਹਾਂ ਦੇ ਵੱਲੋਂ ਵੀ ਸਬੂਤ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਉਹਨਾਂ ਨੂੰ ਮੁਅੱਤਲ ਕੀਤਾ ਜਾ ਸਕਦਾ, ਉਸ ਤੋਂ ਬਾਅਦ ਬਿਨਾਂ ਤਨਖਾਹ ਤੋਂ ਯਾਨੀ ਕਿ ਸਸਪੈਂਡ ਕੀਤਾ ਜਾ ਸਕਦਾ ਹੈ, ਜਿਸ ਦੇ ਉੱਤੇ ਹੁਣ ਵਿਚਾਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਕਮੀ ਨੂੰ ਕੁਝ ਇਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ ਕਿ ਸੇਵਾ ਮੁਕਤ ਕਾਮਿਆਂ ਨੂੰ ਕੰਮ ਦੇ ਉੱਤੇ ਮੁੜ ਤੋਂ ਬੁਲਾਇਆ ਜਾਵੇ। ਤਾਂ ਉਧਰ ਕੈਨੇਡਾ ਦੇ ਵਿੱਚ ਵੱਖੋ ਵੱਖਰੇ 에ਅਰਪੋਰਟ ਇਸ ਸਮੇਂ ਕੈਨੇਡਾ ਸਰਕਾਰ ਦੇ ਅੱਗੇ ਮੰਗ ਰੱਖ ਰਹੇ ਨੇ ਕਿ ਹਦਾਇਤਾਂ ਨੂੰ ਢਿੱਲ ਦਿੱਤੀ ਜਾਵੇ, ਕਿ ਯਾਤਰੀਆਂ ਦੇ ਵਾਸਤੇ ਜੋ ਸਖਤ ਹਦਾਇਤਾਂ ਨੇ ਤੇ ਨਾਲ ਹੀ ਕਈ ਚੀਜ਼ਾਂ ਨੂੰ ਲੈ ਕੇ ਜੋ ਉਹਨਾਂ ਦੇ ਵਾਸਤੇ ਹਦਾਇਤਾਂ ਉਹ ਸਾਫ਼ ਨਹੀਂ ਨੇ, ਕਿ ਜਿਵੇਂ ਹੁਣ ਮਿਕਸਡ ਡੋਜ਼ਿਸ ਯਾਨੀ ਕਿ 2 ਵੱਖੋ ਵੱਖਰੀਆਂ ਕੰਪਨੀਆਂ ਦੇ ਟੀਕੇ ਕਈ ਕੈਨੇਡਾ ਵਾਸੀਆਂ ਦੇ ਲੱਗੇ ਹੋਏ ਨੇ। ਤਾਂ ਇਸ ਸਮੇਂ ਉਹਨਾਂ ਦੇ ਮਨ ਦੇ ਵਿੱਚ ਡਰ ਹੈ ਕਿ ਜੇਕਰ ਉਹ ਕਿਸੇ ਹੋਰ ਦੇਸ਼ ਦੇ ਵਾਸਤੇ ਟਰੈਵਲ ਕਰਕੇ ਜਾਂਦੇ ਨੇ ਘੁੰਮਣ ਦੇ ਲਈ, ਕਿ ਕਿਤੇ ਉੱਥੇ ਤੋਂ ਉਹਨਾਂ ਨੂੰ ਮੋੜ ਨਾ ਦਿੱਤਾ ਜਾਵੇ
ਕਿ ਉਹਨਾਂ ਦੇ ਟੀਕੇ ਲੱਗੇ ਹੋਣ ਦੇ ਸਬੂਤ ਨੂੰ ਮੰਨਿਆ ਨਾ ਜਾਵੇ। ਇਸ ਗੱਲ ਦੀ ਪੁਸ਼ਟੀ ਹੋ ਜਾਵੇ ਕਿ ਉਹਨਾਂ ਦੇ ਉਸ ਸਬੂਤ ਨੂੰ ਦੁਨੀਆ ਭਰ ਦੇ ਵਿੱਚ ਮੰਨਿਆ ਜਾਵੇਗਾ। ਇਸ ਦੇ ਵਾਸਤੇ ਕਦਮ ਚੁੱਕੇ ਜਾਣ ਤੇ ਇਸ ਦੇ ਨਾਲ ਹੀ ਕੋਵਿਡ-19 ਤੋਂ ਪਹਿਲਾਂ ਜਿਸ ਤਰ੍ਹਾਂ ਟਰੈਵਲ ਚੱਲ ਰਿਹਾ ਸੀ ਤੇ ਇਸ ਸਮੇਂ ਟਰੈਵਲ ਦੇ ਉੱਤੇ ਜੋ ਪ੍ਰਭਾਵ ਪਿਆ, ਜਿਸ ਦੇ ਕਰਕੇ 에ਅਰਪੋਰਟਸ ਨੂੰ, 에ਅਰਲਾਈਨਸ ਨੂੰ ਨੁਕਸਾਨ ਹੋ ਰਿਹਾ ਹੈ, ਉਸ ਨੂੰ ਬਚਾਉਣ ਦੇ ਵਾਸਤੇ ਕੁਝ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ, ਜਿਵੇਂ ਕਿ ਖਾਸ ਤੌਰ ਦੇ ਉੱਤੇ 에ਅਰਪੋਰਟ ਦੇ ਉੱਤੇ ਇੱਕ ਹੁਣ ਸੀਮਤ ਗਿਣਤੀ ਹੈ, ਉਸ ਗਿਣਤੀ ਦੇ ਵਿੱਚ ਹੀ ਵਿਅਕਤੀ ਅੰਦਰ ਆ ਸਕਦੇ ਨੇ, ਉਸ ਗਿਣਤੀ ਦੇ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਜੇਕਰ ਉਸ ਹਦਾਇਤ ਨੂੰ ਹਟਾਇਆ ਜਾਵੇ। ਤਾਂ ਇਸੇ ਨੂੰ ਲੈ ਕੇ ਕਈ ਹੋਰ ਹਦਾਇਤਾਂ ਨੇ, ਜਿਵੇਂ ਕਿ ਪਹਿਲਾਂ ਤੁਹਾਨੂੰ ਅਸੀਂ ਟੀਕਿਆਂ ਦੇ ਬਾਰੇ ਦੱਸਿਆ ਹੈ, ਜਿਸ ਨੂੰ ਲੈ ਕੇ ਇਸ ਸਮੇਂ ਮੰਗ ਕੀਤੀ ਜਾ ਰਹੀ ਹੈ ਕਿ ਯਾਤਰੀਆਂ ਦੇ ਵਾਸਤੇ ਸਾਫ਼ ਕੀਤਾ ਜਾਵੇ ਕਿ ਉਹਨਾਂ ਨੂੰ ਅੱਗੇ ਟਰੈਵਲ ਕਰਨ ਦੇ ਵਾਸਤੇ ਹੋਰ ਦੇਸ਼ਾਂ ਦੇ ਲਈ ਦਿੱਕਤ ਨਹੀਂ ਆਵੇਗੀ, ਤਾਂ ਕਿ ਉਹ ਬੇਝਿਜਕ ਟਿਕਟ ਬੁੱਕ ਕਰਵਾ ਸਕਣ ਤੇ ਆਪਣਾ ਟ੍ਰਿਪ ਪਲਾਨ ਕਰ ਸਕਣ। ਜੇਕਰ ਉਹਨਾਂ ਦੇ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਤਾਂ ਇਸ ਦਾ ਭੁਗਤਾਨ 에ਅਰਲਾਈਨਸ ਨੂੰ ਤੇ ਨਾਲ ਹੀ ਹੋਰ ਜਿਹੜੀਆਂ ਸੈਲਾਨੀਆਂ ਦੀਆਂ ਥਾਵਾਂ ਨੇ ਉਹਨਾਂ ਨੂੰ ਵੀ ਕਰਨਾ ਪੈ ਰਿਹਾ ਹੈ ਕਿ ਕੈਨੇਡਾ ਭਰ ਵਿੱਚ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਜਿਸ ਗਿਣਤੀ ਵਿੱਚ ਸੈਲਾਨੀ ਅੱਗੇ ਆਉਂਦੇ ਸਨ ਉਸ ਗਿਣਤੀ ਦੇ ਵਿੱਚ ਨਹੀਂ ਆ ਰਹੇ। ਤਾਂ ਇਸ ਨੂੰ ਲੈ ਕੇ ਕੁਝ ਕਦਮ ਚੁੱਕੇ ਜਾਣ ਕਿ ਉਹਨਾਂ ਦੇ ਵਾਸਤੇ ਘੁੰਮਣਾ ਸੁਖਾਲਾ ਹੋਵੇ, ਕਿ ਹਦਾਇਤਾਂ ਜ਼ਿਆਦਾ ਨਾ ਹੋਣ ਜਿਨ੍ਹਾਂ ਦੇ ਵਿੱਚੋਂ ਲੰਘਣ ਦੇ ਡਰ ਦੇ ਮਾਰੇ ਹੀ ਸੈਲਾਨੀ ਕਈ ਘੁੰਮਣ ਦੇ ਉੱਤੇ ਵਿਚਾਰ ਨਹੀਂ ਕਰ ਰਹੇ। ਹੁਣ ਅਗਲੀ ਜਾਣਕਾਰੀ, ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਫੋਨ ਫॉर ਯੂਥ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਦੇ ਤਹਿਤ ਕਰੀਬ 4000 ਨੌਜਵਾਨਾਂ ਨੂੰ ਆਈਫੋਨ ਦਿੱਤੇ ਜਾਣੇ ਨੇ। ਦਰਅਸਲ ਇਹ ਆਈਫੋਨ ਉਹਨਾਂ ਨੌਜਵਾਨਾਂ ਦੇ ਵਾਸਤੇ ਹੋਣਗੇ ਜਿਹੜੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਕੇਅਰ ਦਿੱਤੀ ਜਾਂਦੀ ਹੈ, ਕਿ ਸੰਭਾਲ ਕੀਤੀ ਜਾਂਦੀ ਹੈ, ਉਸੇ ਅਧੀਨ ਆਉਂਦੇ ਨੇ ਤੇ ਉਹਨਾਂ ਨੂੰ ਸਹੂਲਤਾਂ ਦੀ ਹੋਰ ਜ਼ਿਆਦਾ ਲੋੜ ਹੈ ਕਿ ਆਪਣੇ ਸਕੂਲ ਦੇ ਵਿੱਚ ਤੇ ਇਸ ਦੇ ਨਾਲ ਹੀ ਜਿਨ੍ਹਾਂ ਨੂੰ ਉਹ ਜਾਣਦੇ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਉਹ ਸੁਖਾਲੇ ਤਰੀਕੇ ਨਾਲ ਸੰਪਰਕ ਕਰ ਸਕਣ ਤੇ ਸਹੂਲਤਾਂ ਉਹਨਾਂ ਨੂੰ ਮਿਲ ਸਕਣ, ਜਿਸ ਦੇ ਵਾਸਤੇ ਉਹਨਾਂ ਨੂੰ ਆਈਫੋਨ ਦਿੱਤੇ ਜਾ ਰਹੇ ਨੇ, ਜਿਸ ਦਾ ਇਹ ਐਲਾਨ ਕੀਤਾ ਗਿਆ। ਜਿਸ ਤਹਿਤ ਪ੍ਰਕਿਰਿਆ ਜੋ ਚਲਾਈ ਜਾ ਰਹੀ ਹੈ ਉਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਅਧੀਨ ਕਰੀਬ 4000 ਨੌਜਵਾਨ ਆਉਂਦੇ ਨੇ ਜਿਨ੍ਹਾਂ ਦੀ ਉਮਰ 13 ਸਾਲ ਜਾਂ ਫਿਰ ਇਸ ਤੋਂ ਉੱਪਰ ਹੈ ਤੇ ਸਰਕਾਰ ਦੇ ਵੱਲੋਂ ਜਿਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਹੁਣ ਉਹਨਾਂ ਨੂੰ ਆਈਫੋਨ ਦਿੱਤੇ ਜਾਣਗੇ। ਇਸ ਦੇ ਬਾਰੇ ਐਲਾਨ ਕੀਤਾ ਗਿਆ ਹੈ। ਸਿਰਫ ਇਹੀ ਨਹੀਂ, ਸਗੋਂ 15 ਅਕਤੂਬਰ ਤੋਂ ਇੱਕ ਵੱਡੀ ਤਬਦੀਲੀ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਦੇ ਬਾਰੇ ਜਦੋਂ ਐਲਾਨ ਕੀਤਾ ਸੀ ਕਿ ਇਹ ਲਾਗੂ ਕੀਤਾ ਜਾਵੇਗਾ, ਉਦੋਂ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜੋ ਹੁਣ ਘੱਟੋ ਘੱਟ ਕੰਮ ਕਰਨ ਦੀ ਉਮਰ ਹੈ ਬ੍ਰਿਟਿਸ਼ ਕੋਲੰਬੀਆ ਵਿੱਚ, ਉਹ 16 ਸਾਲ ਕੀਤੀ ਜਾ ਰਹੀ ਹੈ। ਇਸ ਤੋਂ ਘੱਟ ਉਮਰ ਦੇ ਬੱਚੇ ਵੀ ਕੰਮ ਕਰ ਸਕਣਗੇ, ਪਰ ਉਸ ਦੇ ਲਈ ਕੁਝ ਸ਼ਰਤਾਂ ਹੋਣਗੀਆਂ ਕਿ ਉਹਨਾਂ ਦੇ ਜੋ ਮਾਪੇ ਨੇ ਜਾਂ ਗਾਰਡੀਅਨ ਨੇ ਉਹਨਾਂ ਦੀ ਇਜਾਜ਼ਤ ਨਾਲ ਹੀ ਉਹ ਕੰਮ ਕਰ ਸਕਣਗੇ, ਜਾਂ ਫਿਰ ਜੇਕਰ ਉਹਨਾਂ ਦਾ ਕੋਈ ਫੈਮਿਲੀ ਬਿਜ਼ਨਸ ਹੋਵੇ, ਘਰ ਦਾ ਕੋਈ ਵਪਾਰ ਹੋਵੇ, ਉੱਥੇ ਉਹ ਥੋੜੀ ਬਹੁਤ ਮਦਦ ਕਰ ਸਕਦੇ ਨੇ। ਇਸ ਦੇ ਨਾਲ ਹੀ ਖਾਸ ਤੌਰ ਦੇ ਉੱਤੇ ਕਿਹਾ ਗਿਆ ਕਿ ਲਾਈਟ ਵਰਕ ਯਾਨੀ ਕਿ ਹਲਕਾ ਕੰਮ ਉਹ ਕਰ ਸਕਦੇ ਨੇ, ਜ਼ਿਆਦਾ ਜਿਹੜਾ ਭਾਰਾ ਕੰਮ ਹੈ ਕਿ ਜ਼ਿਆਦਾ ਦਬਾਅ ਵਾਲਾ ਕੰਮ ਹੈ ਉਹ ਨਹੀਂ ਕਰ ਸਕਦੇ। ਜਿਨ੍ਹਾਂ ਦੀ 16 ਸਾਲ ਤੋਂ ਉਮਰ ਘੱਟ ਹੈ ਤੇ ਘੱਟੋ ਘੱਟ ਕੰਮ ਕਰਨ ਦੀ ਉਮਰ ਹੈ ਹੁਣ 16 ਸਾਲ ਹੋ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 15 ਅਕਤੂਬਰ ਤੋਂ ਇਹ ਲਾਗੂ ਹੋ ਰਿਹਾ ਹੈ। ਜੁਲਾਈ ਮਹੀਨੇ ਵਿੱਚ ਇਸ ਫੈਸਲੇ ਨੂੰ ਲਾਗੂ ਕੀਤੇ ਜਾਣ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਸੀ। ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ 12 ਸਾਲ ਦੀ ਉਮਰ ਸੀ ਕਿ 12 ਸਾਲ ਦੀ ਉਮਰ ਤੇ ਇਸ ਤੋਂ ਜ਼ਿਆਦਾ ਦੇ ਨੌਜਵਾਨ ਨੇ ਜੋ ਕੰਮ ਕਰ ਸਕਦੇ ਨੇ, ਪਰ ਹੁਣ ਉਹ ਵਧਾ ਕੇ 16 ਸਾਲ ਕਰ ਦਿੱਤੀ ਗਈ ਹੈ। ਅਗਲੀ ਖਬਰ ਕੈਲਗਰੀ ਤੋਂ ਹੈ, ਜਿੱਥੇ ਕਿ ਸਕੂਲ ਬੱਸ ਦੇ ਨਾਲ ਇੱਕ ਬੱਚੇ ਦੀ ਟੱਕਰ ਹੋ ਗਈ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਉਸ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ। ਕੈਲਗਰੀ ਨਾਰਥ ਵੈਸਟ ਖੇਤਰ ਦਾ ਇਹ ਮਾਮਲਾ ਹੈ, ਜਿੱਥੇ ਕਿ ਐਮਰਜੈਂਸੀ ਕ੍ਰਿਊ ਨੂੰ ਬੁਲਾਇਆ ਗਿਆ। ਨੋਲਨ ਹਿਲ ਖੇਤਰ ਦੇ ਵਿੱਚ 3:45 ਦਾ ਅੱਜ ਦਾ ਸਮਾਂ ਸੀ ਜਦੋਂ ਐਮਰਜੈਂਸੀ ਟੀਮ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ। ਜਦੋਂ ਉਹ ਪਹੁੰਚੇ ਤਾਂ ਬੱਚਾ ਜ਼ਖਮੀ ਹਾਲਤ ਵਿੱਚ ਸੀ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜੋ ਕਿ ਜ਼ਿਆਦਾ ਜ਼ਖਮੀ ਨਹੀਂ ਹੋਇਆ, ਪਰ ਸਕੂਲ ਬੱਸ ਦੇ ਨਾਲ ਉਸ ਦੀ ਟੱਕਰ ਹੋਈ ਸੀ। ਫਿਲਹਾਲ ਉਸ ਬੱਚੇ ਦੀ ਉਮਰ ਤੇ ਉਸ ਦੇ ਬਾਰੇ ਕੋਈ ਹੋਰ ਜਾਣਕਾਰੀ ਤਾਂ ਨਹੀਂ ਦਿੱਤੀ ਗਈ, ਪਰ ਉਸ ਨੂੰ ਐਲਬਰਟਾ ਦੇ ਚਿਲਡਰਨਸ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਜਿਸ ਦੇ ਨਾਲ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਹੈ ਕਿ ਮਾਮਲੇ ਦੇ ਉੱਤੇ ਅੱਗੇ ਹੁਣ ਜਾਂਚ ਕੀਤੀ ਜਾ ਰਹੀ ਹੈ। ਅੱਗੇ ਜਾਣਕਾਰੀ ਹੈ ਕਿ ਜਿਵੇਂ ਇਸ ਸਮੇਂ ਵੱਖੋ-ਵੱਖਰੇ ਵਪਾਰਾਂ ਦੇ ਲਈ ਵੱਖੋ-ਵੱਖਰੇ ਸੂਬੇ ਹਦਾਇਤਾਂ ਦਾ ਐਲਾਨ ਕਰ ਰਹੇ ਨੇ, ਉਹ ਲਾਗੂ ਹੋ ਰਹੀਆਂ ਨੇ ਤੇ ਜਿਨ੍ਹਾਂ ਦੇ ਵੱਲੋਂ ਉਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਉਹਨਾਂ ਦੇ ਉੱਤੇ ਕਾਰਵਾਈ ਵੀ ਹੋ ਰਹੀ ਹੈ। ਇਸੇ ਨੂੰ ਲੈ ਕੇ ਮੈਨੀਟੋਬਾ ਤੋਂ ਅਧਿਕਾਰੀਆਂ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਹਫ਼ਤਾ ਜੋ ਕਿ ਅਕਤੂਬਰ 4 ਤੋਂ ਲੈ ਕੇ ਅਕਤੂਬਰ 10 ਤੱਕ ਗਿਣਤੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਕਿੰਨੀ ਗਿਣਤੀ ਦੇ ਵਿੱਚ ਵਪਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ। ਦੱਸਿਆ ਗਿਆ ਕਿ 11 ਕੁੱਲ ਵਪਾਰ ਨੇ ਜਿਨ੍ਹਾਂ ਨੂੰ ਵੱਖੋ ਵੱਖਰੇ ਫਾਈਨ ਕੀਤੇ ਗਏ ਨੇ।
10 ਅਜਿਹੇ ਵਪਾਰ ਨੇ ਜਿਨ੍ਹਾਂ ਨੂੰ $5000 ਤੱਕ ਦਾ ਫਾਈਨ ਕੀਤਾ ਗਿਆ ਹੈ ਤੇ ਇਹਨਾਂ ਵਿੱਚੋਂ 6 ਵਪਾਰ ਵਿਨੀਪੈਗ ਦੇ ਨੇ, ਜਿਸ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਕਿਹਾ ਗਿਆ ਹੈ ਕਿ AM ਫੂਡ ਫੇਅਰ ਨੂੰ $1296 ਦੀ ਟਿਕਟ ਦਿੱਤੀ ਗਈ ਹੈ। ਚੇਜ਼ ਕੈਫੇ ਐਂਡ ਲੌਂਜ ਨੂੰ ਟਿਕਟ ਦਿੱਤੀ ਗਈ ਹੈ। 2 ਲੋਕੇਸ਼ਨਸ ਨੇ ਮੋਰ ਫਿਟ ਟ੍ਰੇਨਿੰਗ ਸੈਂਟਰ ਦੀਆਂ, ਉਹਨਾਂ ਨੂੰ ਵੀ ਟਿਕਟਸ ਦਿੱਤੀਆਂ ਗਈਆਂ ਨੇ। ਦ ਵਿਲੇਜ ਨਾਈਟ ਕਲੱਬ ਐਂਡ ਲੌਂਜ ਨੂੰ ਵੀ ਟਿਕਟ ਦਿੱਤੀ ਗਈ ਹੈ ਤੇ ਨਾਲ ਹੀ ਹੋਰ ਵੀ ਕਈ ਵਪਾਰ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ, ਜਿਸ ਦੇ ਬਾਰੇ ਇਹ ਦੱਸਿਆ ਗਿਆ ਤੇ ਨਾਲ ਹੀ ਵਪਾਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੇ ਵੱਲੋਂ ਜੋ ਇਹ ਹਦਾਇਤ ਲਗਾਈ ਗਈ ਹੈ ਕਿ ਗ੍ਰਾਹਕਾਂ ਦੇ ਕੋਵਿਡ-19 ਦੇ ਟੀਕੇ ਲੱਗੇ ਹੋਣ ਦੇ ਸਬੂਤ ਦੇਖੇ ਜਾਣ, ਇਸ ਹਦਾਇਤ ਨੂੰ ਨਹੀਂ ਮੰਨਿਆ ਜਾਂਦਾ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਵੇਗੀ। ਤੇ ਕੁਝ ਵਪਾਰਾਂ ਦੇ ਬਾਰੇ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਬੰਦ ਹੀ ਕਰ ਦਿੱਤਾ ਗਿਆ ਸੀ। ਅੱਗੇ ਤੁਹਾਨੂੰ ਹੁਣ ਤਸਵੀਰ ਦਿਖਾਵਾਂਗੇ ਜੋ ਕਾਫੀ ਘੱਟ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਵੱਡੀ ਸ਼ਖਸੀਅਤ ਦੇ ਵੱਲੋਂ ਕੁਝ ਇਸ ਤਰ੍ਹਾਂ ਸੜਕ ਦੇ ਉੱਤੇ ਕਿਸੇ ਦੀ ਮਦਦ ਕੀਤੀ ਜਾਵੇ। ਨੋਵਾ ਸਕੋਸ਼ੀਆ ਦੀ ਇਹ ਤਸਵੀਰ ਹੈ ਜਿੱਥੇ ਕਿ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹੂਸਟਨ ਦਿਖਾਈ ਦੇ ਰਹੇ ਨੇ, ਜੋ ਕਿ ਪਹਿਲਾਂ ਸਵੇਰੇ ਪਾਰਲੀਮੈਂਟ ਨੂੰ ਜਾ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੂੰ ਦਿਖਾਈ ਦਿੱਤਾ ਕਿ ਇੱਕ ਕਾਰ ਉੱਥੇ ਰੁਕੀ ਹੋਈ ਸੀ ਤੇ ਫਿਰ ਉਸ ਕਾਰ ਨੂੰ ਅੱਗੇ ਧੱਕਣ ਦੇ ਵਿੱਚ ਮਦਦ ਕੁਝ ਵਿਅਕਤੀ ਕਰ ਰਹੇ ਸਨ ਤਾਂ ਪ੍ਰੀਮੀਅਰ ਵੀ ਨਾਲ ਪਹੁੰਚ ਗਏ ਤੇ ਪ੍ਰੀਮੀਅਰ ਦੇ ਨਾਲ ਜੋ ਉਸ ਸਮੇਂ ਵਿਅਕਤੀ ਮੌਜੂਦ ਸੀ ਉਹ ਵੀ ਉਹਨਾਂ ਦੇ ਨਾਲ ਲੱਗ ਗਿਆ ਤੇ ਉਹਨਾਂ ਦੇ ਵੱਲੋਂ ਉਸ ਕਾਰ ਨੂੰ ਧੱਕਾ ਲਗਾਇਆ ਗਿਆ ਤੇ ਇੱਕ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਦਰਅਸਲ ਉਸ ਕਾਰ ਦੇ ਵਿੱਚ ਗੈਸ ਮੁੱਕ ਗਈ ਸੀ, ਤੇਲ ਮੁੱਕ ਗਿਆ ਸੀ ਉਸ ਕਾਰ ਦੇ ਵਿੱਚ, ਜਿਸ ਤੋਂ ਬਾਅਦ ਉਸ ਕਾਰ ਨੂੰ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾਇਆ ਗਿਆ। ਜਿਸ ਸਮੇਂ ਪ੍ਰੀਮੀਅਰ ਦੇ ਵੱਲੋਂ ਇਹ ਮਦਦ ਕੀਤੀ ਜਾ ਰਹੀ ਸੀ ਤਾਂ ਉੱਥੇ ਮੌਜੂਦ ਕੁਝ ਵਿਅਕਤੀਆਂ ਨੇ ਪ੍ਰੀਮੀਅਰ ਦੀਆਂ ਵੀਡੀਓਜ਼ ਬਣਾ ਲਈਆਂ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈਆਂ ਤੇ ਇਹ ਤਸਵੀਰਾਂ ਵੀ। ਇਸ ਨਾਲ ਹੀ ਅੱਜ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।